हाँ जी स्टूडेंट्स, अज आप टॉपिक डिस्कस करांगे कोगूलेशन। पहला डेफिनेशन पढ़ते हैं दी, उस तो बाद फिर समझते हैं कि कोगूलेशन होंदी की है। द फिनोमिना ऑफ प्रेसिपिटेशन ऑफ ए कोलोइडल सोल्यूशन बाय द एडिशन ऑफ एक्सेस ऑफ एन इलेक्ट्रोलाइट इज़ कॉल्ड कोगूलेशन और फ्लकुलेशन। फ्लकुलेशन भी कह दें, कोगूलेशन भी कह दें। ਉਹ ਫਿਨੋਮੀਨਾ ਜਿਹਦੇ ਵਿੱਚ ਕਿਸੇ ਵੀ ਕੋਲੋਇਡਲ ਸੋਲਿਊਸ਼ਨ ਦੇ ਜਿਹੜੇ ਪਾਰਟੀਕਲਸ ਹੁੰਦੇ ਆ ਉਹਨਾਂ ਦੀ ਪ੍ਰੈਸੀਪੀਟੇਸ਼ਨ ਹੋ ਜਾਵੇ, ਕਿ ਉਹਨਾਂ ਦੇ ਪ੍ਰੈਸੀਪੀਟੇਟਸ ਬਣ ਜਾਣ, ਛੋਟੇ ਛੋਟੇ ਕਣ ਉਹਨਾਂ ਦੇ ਸੈਪਰੇਟ ਦਿਖਣੇ ਸ਼ੁਰੂ ਹੋ ਜਾਣ। ਕਦੋਂ? ਜਦੋਂ ਉਹਦੇ ਵਿੱਚ ਕੋਲੋਇਡਲ ਸੋਲਿਊਸ਼ਨ ਦੇ ਵਿੱਚ ਕੋਈ ਇਲੈਕਟ੍ਰੋਲਾਈਟ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਐਡ ਕਰ ਦਿੱਤਾ ਜਾਵੇ ਤਾਂ ਉਸ ਪ੍ਰੋਸੈਸ ਨੂੰ ਜਾਂ ਤਾਂ ਕੋਗੂਲੇਸ਼ਨ ਕਹਿ ਦਿੰਦੇ ਆ ਜਾਂ ਫਿਰ ਫਲਕੂਲੇਸ਼ਨ ਕਹਿ ਦਿੰਦੇ ਆ। ਨਾਰਮਲ 'ਚ ਵੈਸੇ ਇੱਕ ਕੋਗੂਲੇਸ਼ਨ ਦੀ ਪ੍ਰੋਸੈਸ ਦੱਸ ਦਿੰਦਾ ਤੁਹਾਨੂੰ ਕਿ ਜਦੋਂ ਆਪਾਂ ਦੁੱਧ ਦੇ ਵਿੱਚ ਕਿਤੇ ਨਿੰਬੂ ਵਗੈਰਾ ਪਾ ਦਿੰਦੇ ਆ ਤਾਂ ਦੁੱਧ ਜੋ ਹੈ ਨਾਰਮਲੀ ਫਟ ਜਾਂਦਾ ਹੈ। ਉਹਦੇ ਵਿੱਚ ਜੋ ਕਰੀਮ ਦੇ ਪਾਰਟੀਕਲਸ ਹੁੰਦੇ ਆ ਉਹ ਜੋ ਹੈ ਪ੍ਰੈਸੀਪੀਟੇਟ ਬਣਾ ਲੈਂਦੇ, ਇੱਕ ਥਾਂ ਦੇ ਉੱਤੇ ਇਕੱਠੇ ਹੋ ਜਾਂਦੇ ਆ। ਕੋਗੂਲੇਸ਼ਨ ਕਹਿ ਦਿੰਦੇ ਆਪਾਂ ਉਹਨੂੰ, ਕਿ ਉਹ ਵੀ ਕੋਗੂਲੇਸ਼ਨ ਹੋ ਗਈ। ਅਤੇ ਜਿਹੜਾ ਡਿਸਪਰਜਨ ਮੀਡੀਅਮ ਹੈ ਵਾਟਰ ਹੈ ਉਹ ਸੈਪਰੇਟ ਹੋ ਜਾਂਦਾ ਹੈ। ਸੋ ਡਿਸਪਰਸਡ ਫੇਜ਼ ਦੇ ਪਾਰਟੀਕਲਸ ਜਦੋਂ ਡਿਸਪਰਜਨ ਮੀਡੀਅਮ ਤੋਂ ਸੈਪਰੇਟ ਹੋ ਜਾਂਦੇ ਆ, ਇਕੱਠੇ ਹੋ ਜਾਂਦੇ ਆ ਇੱਕ ਥਾਂ ਦੇ ਉੱਤੇ, ਉਹ ਅਲੱਗ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ, ਤਾਂ ਉਸ ਪ੍ਰੋਸੈਸ ਨੂੰ ਪ੍ਰੈਸੀਪੀਟੇਸ਼ਨ ਬਣਨ ਦੀ ਪ੍ਰੋਸੈਸ ਨੂੰ ਆਪਾਂ ਕੋਗੂਲੇਸ਼ਨ ਦਾ ਨਾਮ ਦੇ ਦਿੰਦੇ ਹਾਂ ਜਾਂ ਫਲਕੂਲੇਸ਼ਨ। ਅਤੇ ਇਹਦੇ ਲਈ ਕੋਗੂਲੇਸ਼ਨ ਦੇ ਲਈ ਇੱਕ ਰੂਲ ਹੈ, ਹਾਰਡੀ-ਸ਼ਿਊਜ਼ ਰੂਲ। ਇੱਕ ਨੰਬਰ 'ਚ ਕਈ ਵਾਰੀ ਇਹ ਟੌਪਿਕ ਆ ਜਾਂਦਾ। ਕੀ ਦੱਸਦਾ ਇਹ ਰੂਲ? ਅਕੋਰਡਿੰਗ ਟੂ ਦਿਸ ਰੂਲ, greater the valency of active ion or fluctuating ion, then greater will be its coagulating power। ਕਹਿੰਦੇ ਇਸ ਰੂਲ ਦੇ ਅਕੋਰਡਿੰਗ ਜੋ ਹੈ ਇਹ ਚੀਜ਼ ਪਤਾ ਚੱਲਦੀ ਹੈ ਕਿ ਜੋ ਐਕਟਿਵ ਆਇਨ ਹੈ ਜਾਂ ਫਲਕੂਲੇਟਿੰਗ ਆਇਨ, ਮਤਲਬ ਜਿਹੜਾ ਇਲੈਕਟ੍ਰੋਲਾਈਟ ਹੈ ਜੋ ਆਪਾਂ ਐਡ ਕਰਨਾ ਹੈ ਕੋਲੋਇਡਲ ਸੋਲਿਊਸ਼ਨ ਦੇ ਵਿੱਚ, ਉਹਦੇ ਵਿੱਚ ਹੀ ਇਹ ਫਲਕੂਲੇਟਿੰਗ ਆਇਨ ਜਾਂ ਐਕਟਿਵ ਆਇਨ ਉਹਦੇ ਵਿੱਚ ਹੀ ਹੁੰਦਾ। ਸੋ ਜਿੰਨੀ ਜ਼ਿਆਦਾ ਉਹਦੀ ਕਹਿੰਦੇ ਵੈਲੈਂਸੀ ਹੋਵੇਗੀ, ਜਿੰਨੀ ਉਹਦੀ ਸਮਰੱਥਾ ਹੋਗੀ ਵੀ ਕਿ ਕਿੰਨੇ ਜੋ ਹੈ ਨੰਬਰ ਆਫ ਪਾਰਟੀਕਲਸ ਉਹ ਕਮੂਲੇਟ ਕਰ ਸਕਦਾ, ਇਕੱਠੇ ਕਰ ਸਕਦਾ, ਕੋਗੂਲੇਟ ਕਰ ਸਕਦਾ। ਸੋ ਜਿੰਨੀ ਜ਼ਿਆਦਾ ਉਹਦੀ ਵੈਲੈਂਸੀ ਹੋਏਗੀ ਉਨੀ ਹੀ ਜ਼ਿਆਦਾ ਉਹਦੀ ਕੋਗੂਲੇਟਿੰਗ ਪਾਵਰ ਹੋਏਗੀ, ਮਤਲਬ ਉਨੀ ਜ਼ਿਆਦਾ ਉਹ ਕੋਗੂਲੇਸ਼ਨ ਮਟੀਰੀਅਲ ਪਾਰਟੀਕਲਸ ਦੀ ਕਰ ਸਕਦਾ, ਜਾਂ ਕੋਲੋਇਡਲ ਸੋਲਿਊਸ਼ਨ ਦੀ ਉਨੀ ਜ਼ਿਆਦਾ ਕੋਗੂਲੇਸ਼ਨ ਉਹ ਕਰ ਸਕਦਾ। ਸੋ ਇਹ ਹੈ ਸਾਡੇ ਕੋਲ ਹਾਰਡੀ-ਸ਼ਿਊਜ਼ ਰੂਲ ਕਿ ਜਿੰਨੀ ਜ਼ਿਆਦਾ ਵੈਲੈਂਸੀ ਹੋਏਗੀ ਫਲਕੂਲੇਟਿੰਗ ਆਇਨ ਦੀ ਉਨੀ ਹੀ ਜ਼ਿਆਦਾ ਉਹਦੀ ਕੋਗੂਲੇਟਿੰਗ ਪਾਵਰ। ਨੈਕਸਟ ਹੈ ਸਾਡੇ ਕੋਲ ਟੌਪਿਕ ਅੱਗੇ ਮੈਥਡਸ ਫॉर ਕੋਗੂਲੇਸ਼ਨ। ਕੋਗੂਲੇਸ਼ਨ ਦੇ ਮੈਥਡਸ ਕਿ ਕਿਹੜੇ ਮੈਥਡਸ ਦੇ ਦੁਆਰਾ ਪ੍ਰੈਸੀਪੀਟੇਸ਼ਨ ਹੋ ਸਕਦੀ ਹੈ, ਪਾਰਟੀਕਲਸ ਕਮੂਲੇਟ ਹੋ ਸਕਦੇ ਆ ਜਾਂ ਫਲਕੂਲੇਸ਼ਨ ਹੋ ਸਕਦੀ ਇਹਨਾਂ ਦੀ। ਨੰਬਰ 1 ਸਭ ਤੋਂ ਪਹਿਲੇ ਨੰਬਰ 'ਤੇ ਹੈ ਬਾਏ ਮਿਊਚੁਅਲ ਪ੍ਰੈਸੀਪੀਟੇਸ਼ਨ। ਮਿਊਚੁਅਲ ਪ੍ਰੈਸੀਪੀਟੇਸ਼ਨ ਕਿ ਆਪਸ 'ਚ ਜਦੋਂ ਦੋ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਿੰਦੇ ਹਾਂ। ਮਿਕਸ ਕਿਵੇਂ? ਕਿ ਇੱਕ ਕੋਈ ਪੋਜ਼ਿਟਿਵਲੀ ਚਾਰਜ ਸਬਸਟੈਂਸ ਹੋਵੇ, ਦੂਜੀ ਨੈਗੇਟਿਵਲੀ ਚਾਰਜ ਸਬਸਟੈਂਸ ਹੋਵੇ। ਜਦੋਂ ਦੋਨਾਂ ਨੂੰ ਆਪਾਂ ਇੱਕ ਦੂਜੇ ਦੇ ਵਿੱਚ ਮਿਕਸ ਕਰਾਂਗੇ ਤਾਂ ਪੋਜ਼ਿਟਿਵ ਅਤੇ ਨੈਗੇਟਿਵ ਚਾਰਜ ਇਕੱਠੇ ਹੋ ਜਾਣਗੇ, ਉਹ ਪ੍ਰੈਸੀਪੀਟੇਟ ਬਣਾ ਲੈਣਗੇ, ਅਤੇ ਜਿਹੜਾ ਡਿਸਪਰਜਨ ਮੀਡੀਅਮ ਹੈ ਉਹ ਸੈਪਰੇਟ ਹੋ ਜਾਂਦਾ ਹੈ। ਸੋ ਲਿਖਿਆ ਹੋਇਆ ਵੈਨ ਟੂ ਅਪੋਜ਼ਿਟਲੀ ਚਾਰਜਡ ਸੋਲਸ are mixed in equimolar proportions, then they mutually neutralize their charge and both get coagulated। ਜਦੋਂ ਕਹਿੰਦੇ ਦੋ ਅਪੋਜ਼ਿਟਲੀ ਚਾਰਜਡ ਕੋਲੋਇਡਲ ਸੋਲਿਊਸ਼ਨਸ ਨੂੰ ਬਰਾਬਰ ਮਾਤਰਾ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਤਾਂ ਦੋਨੋਂ ਇੱਕ ਦੂਜੇ ਨੂੰ ਨਿਊਟਰਲਾਈਜ਼ ਕਰ ਦਿੰਦੇ ਆ। ਚਾਰਜ ਜੋ ਪੋਜ਼ਿਟਿਵ ਅਤੇ ਨੈਗੇਟਿਵ ਹੈ ਉਹ ਨਿਊਟਰਲਾਈਜ਼ ਹੋ ਜਾਂਦਾ ਹੈ, ਕਿਉਂਕਿ ਪੋਜ਼ਿਟਿਵ ਅਤੇ ਨੈਗੇਟਿਵ ਚਾਰਜ ਇੱਕ ਦੂਜੇ ਨੂੰ ਅਟਰੈਕਟ ਕਰਦੇ ਆ, ਇਕੱਠੇ ਹੋ ਜਾਂਦੇ ਆ ਅਤੇ ਕੋਗੂਲੇਸ਼ਨ ਹੋ ਜਾਂਦੀ ਹੈ। ਐਂਡ ਬੋਥ ਗੈਟ ਕੋਗੂਲੇਟਡ, ਅਤੇ ਦੋਨਾਂ ਦੀ ਕੋਗੂਲੇਸ਼ਨ ਹੋ ਜਾਂਦੀ ਹੈ। ਨੈਕਸਟ ਦੂਜਾ ਮੈਥਡ ਹੈ ਬਾਏ ਇਲੈਕਟ੍ਰੋਫੋਰੈਸਿਸ। ਇਲੈਕਟ੍ਰੋਫੋਰੈਸਿਸ ਤੁਸੀਂ ਪੜ੍ਹ ਚੁੱਕੇ ਆ, ਇੱਥੇ ਮੈਂ ਲਿਖ ਦਿੱਤਾ ਆਲਰੇਡੀ ਡਨ। ਤੁਸੀਂ ਇਲੈਕਟ੍ਰੋਫੋਰੈਸਿਸ ਦੀ ਪ੍ਰੋਸੈਸ ਆ ਡਿਸਕਸ ਕੀਤੀ ਹੈ ਕਿ ਜਦੋਂ ਇਲੈਕਟ੍ਰੋਫੋਰੈਸਿਸ ਹੋ ਗਿਆ ਤਾਂ ਇੱਥੇ ਪਾਰਟੀਕਲਸ ਜਿਹੜੇ ਆ ਉਹ ਅਕਮੂਲੇਟ ਹੋ ਗਏ, ਇਕੱਠੇ ਹੋ ਗਏ। ਇੱਥੇ ਕੋਲੋਇਡਲ ਸੋਲਿਊਸ਼ਨ ਦੇ ਪਾਰਟੀਕਲਸ ਮਤਲਬ ਆਰਸੇਨੀਅਸ ਸਲਫਾਈਡ ਦੇ ਪਾਰਟੀਕਲਸ ਸਾਰੇ ਇੱਥੇ ਇਕੱਠੇ ਹੋ ਗਏ, ਉਹਨਾਂ ਦੀ ਕੋਗੂਲੇਸ਼ਨ ਹੋ ਗਈ। ਸੋ ਇਹ ਵੀ ਜੋ ਹੈ ਇੱਕ ਮੈਥਡ ਹੈ ਕੋਗੂਲੇਸ਼ਨ ਦਾ। ਸੋ ਇਹ ਤੁਸੀਂ ਡਿਸਕਸ ਕਰ ਚੁੱਕੇ ਆ, ਇਸ ਕਰਕੇ ਮੈਂ ਇੱਥੇ ਲਿਖ ਦਿੱਤਾ ਆਲਰੇਡੀ ਡਨ, ਤੁਸੀਂ ਪੜ੍ਹ ਚੁੱਕੇ ਹੋ ਪਹਿਲਾਂ ਇਹ। ਇਸ ਤੋਂ ਬਾਅਦ ਨੈਕਸਟ ਮੈਥਡ ਹੁੰਦਾ ਹੈ ਕੋਗੂਲੇਸ਼ਨ ਦਾ ਬਾਈ ਹੀਟਿੰਗ ਔਰ ਬਾਈ ਕੂਲਿੰਗ। ਜਾਂ ਤਾਂ ਕਿਸੇ ਚੀਜ਼ ਨੂੰ ਗਰਮ ਕਰਤੇ ਵੀ ਉਹਦੀ ਕੋਗੂਲੇਸ਼ਨ ਹੋ ਜਾਂਦੀ ਹੈ, ਜਾਂ ਕਿਸੇ ਚੀਜ਼ ਨੂੰ ਠੰਡਾ ਕਰਨ 'ਤੇ ਵੀ ਉਹਦੀ ਕੋਗੂਲੇਸ਼ਨ ਹੋ ਸਕਦੀ ਹੈ। ਕਿਵੇਂ? ਇਨ ਸਰਟਨ ਕੇਸਿਸ ਦ ਸੋਲਸ ਗੈਟ ਕੋਗੂਲੇਟਡ ਅਪੋਨ ਹੀਟਿੰਗ। ਫॉर एग्जांपल the coagulation of butter when hot water is added into it। ਨੋਰਮਲ 'ਚ ਜੇ ਕਦੇ ਤੁਸੀਂ ਦੇਖਿਆ ਹੋਵੇ ਸਰਦੀਆਂ ਦੇ ਦਿਨਾਂ ਦੇ ਵਿੱਚ
ਜਦੋਂ ਆਪਾਂ ਦਹੀਂ ਤੋਂ ਮੱਖਣ ਜਦੋਂ ਬਣਾਉਂਦੇ ਆ ਤਾਂ ਕਈ ਵਾਰੀ ਹੁੰਦਾ ਕਿ ਘਰ ਦੇ ਕੀ ਕਰਦੇ ਆ ਕਿ ਪਾਣੀ ਥੋੜ੍ਹਾ ਜਿਹਾ ਕੋਸਾ ਕਰ ਲੈਂਦੇ ਆ, ਗਰਮ ਕਰ ਲੈਂਦੇ, ਅਤੇ ਫਿਰ ਉਹ ਦਹੀਂ ਦੇ ਵਿੱਚ ਪਾ ਦਿੰਦੇ ਆ, ਅਤੇ ਥੋੜ੍ਹੀ ਦੇਰ ਬਾਅਦ ਅਸੀਂ ਦੇਖਦੇ ਹਾਂ ਕਿ ਮੱਖਣ ਨਿਕਲ ਕੇ ਬਾਹਰ ਆ ਜਾਂਦਾ ਹੈ। ਸੋ ਇਟ ਮੀਨਸ ਕਈ ਵਾਰੀ ਕਿਸੇ ਸਬਸਟੈਂਸ ਨੂੰ ਗਰਮ ਕਰਨ 'ਤੇ ਵੀ ਉਹਦੀ ਕੋਗੂਲੇਸ਼ਨ ਹੋ ਸਕਦੀ ਹੈ, ਅਤੇ ਬਟਰ ਦੀ ਐਗਜ਼ਾਮਪਲ ਹੈ ਇਹਦੇ ਵਿੱਚ। ਅਤੇ ਇਸੇ ਤਰ੍ਹਾਂ ਸਿਮਿਲਰਲੀ ਇਨ ਸਮ ਕੇਸਿਸ ਬਾਈ ਕੂਲਿੰਗ ਦਾ ਸੋਲਸ ਦੇ ਆਲਸੋ ਗੈਟ ਕੋਗੂਲੇਟਡ। ਕਈ ਵਾਰੀ ਕਹਿੰਦੇ ਕੁਝ ਕੇਸਿਸ ਦੇ ਵਿੱਚ ਕਈ ਵਾਰੀ ਕੋਲੋਇਡਲ ਸੋਲਿਊਸ਼ਨ ਨੂੰ ਠੰਡਾ ਕਰ ਦਈਏ ਤਾਂ ਵੀ ਉਹਦੀ ਕੋਗੂਲੇਸ਼ਨ ਹੋ ਜਾਂਦੀ ਹੈ। ਕਿਵੇਂ? ਫੋਰ ਐਗਜ਼ਾਮਪਲ ਕੋਗੂਲੇਸ਼ਨ ਆਫ ਮਿਲਕ, ਦੁੱਧ ਦੀ ਕੋਗੂਲੇਸ਼ਨ। ਤੁਸੀਂ ਦੇਖ ਲਓ ਦੁੱਧ ਨੂੰ ਫਰਿੱਜ ਦੇ ਵਿੱਚ ਤੁਸੀਂ ਰੱਖ ਦਿਓ, ਤੁਸੀਂ 2-3 ਘੰਟੇ ਦੇ ਬਾਅਦ ਦੇਖੋਗੇ ਕਿ ਤੁਹਾਨੂੰ ਵਿੱਚ ਛੋਟੇ ਛੋਟੇ ਪਾਰਟੀਕਲਸ ਜਿਹੜੇ ਆ ਮਲਾਈ ਦੇ ਜਾਂ ਤਾਂ ਉੱਪਰ ਇਕੱਠੀ ਹੋ ਜਾਂਦੀ ਹੈ ਮਲਾਈ, ਜਾਂ ਵਿੱਚ ਵੀ ਤੁਹਾਨੂੰ ਜਿਹੜੇ ਆ ਛੋਟੇ ਛੋਟੇ ਪਾਰਟੀਕਲਸ ਜੋ ਹੈ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਕਰੀਮ ਦੇ। ਸੋ ਇਸ ਤਰ੍ਹਾਂ ਵੀ ਜੋ ਹੈ ਉਹ ਠੰਡਾ ਕਰਨ 'ਤੇ ਵੀ ਕੋਗੂਲੇਸ਼ਨ ਹੋ ਸਕਦੀ ਹੈ। ਦੈਟ ਇਜ਼ ਓਨਲੀ ਕੂਲਿੰਗ ਦਾ ਮਿਲਕ, ਓਨਲੀ ਨਹੀਂ ਹੈ ਵੈਸੇ, ਇੱਥੇ ਅਪੋਨ ਆਉਣਾ, ਇੱਥੇ ਅਪੋਨ ਕੂਲਿੰਗ ਦਾ ਮਿਲਕ, UPON, ਅਪੋਨ ਕੂਲਿੰਗ ਦਾ ਮਿਲਕ the fat starts floating on the surface of milk। ਕਿ ਜਦੋਂ ਦੁੱਧ ਨੂੰ ਠੰਡਾ ਕਰਦੇ ਆ ਤਾਂ ਉਸ ਸਮੇਂ ਜਿਹੜੀਆਂ ਫੈਟਸ ਹੁੰਦੀਆਂ ਨੇ ਉਹ ਦੁੱਧ ਦੇ ਸਰਫੇਸ ਦੇ ਉੱਤੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹ ਸਾਡੇ ਕੋਲ ਡਿਫਰੈਂਟ ਮੈਥਡਸ ਨੇ ਜਿਨ੍ਹਾਂ ਦੇ ਦੁਆਰਾ ਜੋ ਕੋਗੂਲੇਸ਼ਨ ਹੈ ਡਿਫਰੈਂਟ ਸੋਲਿਊਸ਼ਨਸ ਦੀ ਉਹ ਕੀਤੀ ਜਾ ਸਕਦੀ ਹੈ। ਅਤੇ ਅੱਜ ਦੇ ਲਈ ਤੁਹਾਡਾ ਇੰਨਾ ਹੀ ਟੌਪਿਕ ਸਹੀ ਇਹ। ਨੈਕਸਟ ਟੌਪਿਕ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।